ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗ 8ਵਾਂ। ਹਰ ਕੇ ਨਾਮ ਕੇ व्यापारी। संतन कै सुनियत प्रभ की बात, कथा कीर्तन आनंद मंगल तुन, पूर रही दिन सिर रात। तन सो गाँव तन सो ठाओ, तन पुनीत कुटुंब सब लोए। जिन पिया सार रस, तजे आन रस, होए रस मगन डारे बिख खोए। उस निक्की जही कुटिया विच ਹੁਣ ਦਿਨ ਰਾਤ ਬੰਦਗੀ ਦਾ ਪਹਿਰਾ ਸੀ। ਵੇਲੇ ਟਾਵੇਂ ਪ੍ਰੇਮੀ ਆ ਕੇ ਬਹਿਣ ਲੱਗ ਪਏ। ਸੰਗਤ ਬਣਨੀ ਸ਼ੁਰੂ ਹੋ ਗਈ। ਪਿਆਰ ਵਾਲੇ ਜੀ ਸਵੇਰ ਤੋਂ ਸ਼ਾਮ ਤੱਕ ਇੱਕਾ ਦੁੱਕਾ ਤੁਰੇ ਰਹਿੰਦੇ। ਕੁਝ ਜਗਿਆਸੂ, ਕੁਝ ਸੰਸਾਰੀ, ਕੁਝ ਨਾਮ ਦੀ ਖੈਰ ਮੰਗਣ ਵਾਲੇ ਤੇ ਕੁਝ ਧਨ ਪਦਾਰਥਾਂ ਵਾਲੇ। ਆਪ ਸਭ ਨੂੰ ਗੱਲ ਨਾਲ ਲਾਉਂਦੇ। ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਲੋਕਾਈ 'ਚ ਦ੍ਰਿੜ ਕਰਾਉਣ ਦਾ ਸੰਜੋਗ ਬਣ ਰਿਹਾ ਸੀ। ਆਪ ਨੇ ਕੁਟੀਆ ਦੇ ਆਲੇ ਦੁਆਲਿਓਂ ਕੁਝ ਹੋਰ ਥਾਂ ਸਾਫ਼ ਕਰ ਦਿੱਤਾ। ਅੱਕ, ਧਤੂਰਾ, ਭੰਗ ਬੂਟੀ ਤੇ ਹੋਰ ਕੱਖ ਕਾਣ ਸਾਫ਼ ਕੀਤਾ। ਛਾਂ ਵਾਲੇ ਕੁਝ ਰੁੱਖ ਹੋਰ ਲਾ ਦਿੱਤੇ। ਫਿਰ ਸਰਕੰਡਾ ਕਾਹੀ ਵੱਢ ਕੇ ਸੁਕਾ ਕੇ, ਫਿਰ ਪਾਣੀ ਵਿੱਚ ਕੁੱਟ ਕੇ ਰੇਸ਼ਮ ਵਰਗੀ ਨਰਮ ਕਰਕੇ ਲੰਮੀਆਂ ਲੰਮੀਆਂ ਸਫਾਂ ਸੰਗਤਾਂ ਦੇ ਬੈਠਣ ਲਈ ਬਣਾਈਆਂ। ਆਪਣੇ ਕੋਮਲ ਕਰ ਕਮਲਾਂ ਨਾਲ ਹੀ ਸਾਰੀਆਂ ਸਫਾਂ ਬਣਾਉਂਦੇ। ਬੜੀ ਕਾਰੀਗਰੀ ਸੀ ਉਹ ਵੀ। ਉਹ ਅੰਤਰਜਾਮੀ ਪਿਤਾ ਜੀ ਸਭ ਜਾਣਦੇ ਸਨ ਕਿ ਬਾਬੇ ਨਾਨਕ ਦੀ ਸੰਗਤ ਦਾ ਜੋੜ ਮੇਲਾ ਇੱਥੇ ਬਣਨਾ ਹੈ। ਉਸ ਦੀ ਤਿਆਰੀ ਹੀ ਸੀ ਇਹ ਸਭ। ਸੰਗਤ ਲਈ 1-2 ਮਿੱਟੀ ਦੇ ਘੜੇ ਹੋਰ ਲੈ ਆਂਦੇ। ਇਹਨਾਂ ਵਿੱਚ ਅੰਮ੍ਰਿਤ ਰੂਪ ਲੱਸੀ ਬਣਦੀ ਸੀ। ਪਹਿਲਾਂ ਲੱਸੀ ਲਈ ਪਹਿਲਾ ਘੜਾ ਅੰਮ੍ਰਿਤ ਵੇਲੇ ਖੂਹੀ ਤੋਂ ਆਪ ਹੀ ਲਿਆਉਂਦੇ ਸਨ। ਪਹਿਲਾਂ ਲੱਸੀ ਨਹੀਂ ਸਨ ਰੱਖਦੇ ਆਪ। ਅਸਲ ਵਿੱਚ ਹੋਇਆ ਇੰਜ ਕਿ ਸ਼ੁਰੂ ਵਿੱਚ ਜਦੋਂ ਆਪ ਨੇ ਕੁਟੀਆ 'ਚ ਡੇਰਾ ਕੀਤਾ ਤਾਂ ਇੱਕ ਘੜਾ ਲਿਆ ਰੱਖਿਆ। ਇਸ ਵਿੱਚ ਰਾਤ ਬਰਾਤੇ ਪੀਣ ਲਈ ਪਾਣੀ ਰੱਖਿਆ ਹੁੰਦਾ। ਇੱਕ ਦਿਨ ਆਪ ਨੇ 2 ਕੁ ਮੁੱਠਾਂ ਸਰੋਂ ਦੀਆਂ ਘਰੋਂ ਲੈ ਆਂਦੀਆਂ। ਉਹਨਾਂ ਨੂੰ ਘੋਟ ਕੇ ਪਾਣੀ ਪਾ ਕੇ ਕੱਪੜ ਛਾਣ ਕਰ ਲਿਆ। ਉਹ ਰਸ ਘੜੇ 'ਚ ਪਾ ਦਿੱਤਾ। ਵਿੱਚ ਥੋੜ੍ਹਾ ਜਿਹਾ ਲੂਣ ਪਾ ਦਿੱਤਾ। ਇਸ ਨਾਲ ਸਵਾਦ ਵੀ ਬਦਲ ਗਿਆ ਤੇ ਰੰਗ ਦਾ ਵੀ ਫਰਕ ਪੈ ਗਿਆ। ਕੁਝ ਸਮਾਂ ਇੰਜ ਹੀ ਚੱਲਿਆ। ਜਦੋਂ ਵਿਰਲੀ ਟਾਵੀਂ ਸੰਗਤ ਆਉਣ ਲੱਗੀ ਤਾਂ ਜੋ ਦੁੱਧ, ਲੱਸੀ, ਗੁੜ ਆਉਂਦਾ ਉਸ ਘੜੇ 'ਚ ਪਾ ਦਿੰਦੇ। ਇਹੀ ਲੱਸੀ ਸਾਰਾ ਦਿਨ ਸੰਗਤ ਛਕਦੀ। ਇਹ ਪ੍ਰਸ਼ਾਦ ਵੀ ਸੀ ਤੇ ਦਵਾ ਵੀ ਸੀ। ਅੱਜ ਤੱਕ ਇਸ ਡੇਰੇ ਵਿੱਚ ਲੱਸੀ ਦੀ ਰੀਤ ਚੱਲ ਰਹੀ ਹੈ। ਨਿਸ਼ਕਾਮ ਕੀਰਤਨੀ ਜਥੇ ਦੇ ਹਰੇਕ ਸਮਾਗਮ ਵਿੱਚ ਲੱਸੀ ਵਰਤਦੀ ਹੈ। ਅੱਧੀ ਰਾਤ ਤੋਂ ਥੋੜ੍ਹਾ ਬਾਅਦ ਲਗਭਗ 1 ਵਜੇ ਕੁਟੀਆ ਤੋਂ ਬਾਹਰ ਆਉਂਦੇ। ਸਾਹਮਣੀ ਖੂਹੀ ਜਾਂ ਲਾਗੇ ਵਗਦੇ ਸੂਏ ਤੋਂ ਇਸ਼ਨਾਨ ਕਰਕੇ ਫਿਰ ਭਜਨ ਵਿੱਚ ਜੁੜ ਜਾਂਦੇ। ਫਿਰ ਨਿਤਨੇਮ ਦੀਆਂ ਬਾਣੀਆਂ। ਸੰਗਤ ਦੇ ਕਈ ਜੀਅ ਵੀ ਅੰਮ੍ਰਿਤ ਵੇਲੇ ਕੁਟੀਆ ਵਿੱਚ ਹਾਜ਼ਰੀ ਭਰਦੇ। ਜਪਜੀ ਦੇ ਕਈ ਪਾਠ ਹੋ ਜਾਂਦੇ। ਦਿਨ ਚੜ੍ਹਦਾ ਕੰਮਾਂ ਵਾਲਿਆਂ ਨੂੰ ਆਪ ਖੁਦ ਹੀ ਕਹਿ ਦਿੰਦੇ, ਜਾਓ ਪਹਿਰੇ ਲੱਗ ਜਾਓ। ਉਹ ਉੱਠ ਕੇ ਚਲੇ ਜਾਂਦੇ। ਹੋਰ ਸੰਗਤ ਆ ਜਾਂਦੀ। ਇੱਕ ਪ੍ਰਵਾਹ ਤੁਰ ਪਿਆ। ਜੋ ਕੋਈ ਗੁੜ, ਸ਼ੱਕਰ, ਲੱਸੀ, ਦੁੱਧ ਲਿਆਉਂਦਾ ਤਾਂ ਉਹ ਵੀ ਲੱਸੀ ਵਾਲੇ ਘੜਿਆਂ ਵਿੱਚ ਪਾ ਦਿੱਤਾ ਜਾਂਦਾ। ਨਾਮ ਬਾਣੀ ਦੀ ਗੰਗਾ ਵਗਦੀ ਅਤੇ ਇਹ ਲੱਸੀ ਸੰਗਤਾਂ ਦੀ ਅੰਮ੍ਰਿਤ ਦ੍ਰਿਸ਼ਟੀ ਨਾਲ ਅੰਮ੍ਰਿਤ ਬਣ ਜਾਂਦੀ। ਸਭ ਨੂੰ ਛਕਾਈ ਜਾਂਦੀ। ਸਰਬ ਲੋਹ ਦੇ ਬਾਟਿਆਂ ਵਿੱਚ ਇਸ ਅੰਮ੍ਰਿਤ ਨੂੰ ਪੀ ਕੇ ਲੱਖਾਂ ਲੋਕਾਂ ਦੇ ਦੁੱਖ ਦੂਰ ਹੋਣ ਲੱਗੇ। ਆਨੰਦ ਹੀ ਆਨੰਦ ਵਰਤਣ ਲੱਗਾ। ਹਰੇਕ ਪ੍ਰਾਣੀ ਸ਼ੁਕਰ ਕਰਦਾ ਵਾਪਸ ਜਾਂਦਾ। ਸੰਤਾਂ ਦੀ ਫਕੀਰੀ ਤੇ ਸਾਦਗੀ ਦਾ ਵੀ ਕੋਈ ਅੰਤ ਨਹੀਂ ਸੀ। ਖਾਣ ਪਾਉਣ ਦਾ ਕੋਈ ਸਵਾਦ ਨਹੀਂ। ਰੋਟੀਆਂ ਨੂੰ ਮੰਨੀਆਂ ਜਾਂ ਪ੍ਰਸ਼ਾਦੇ ਕਹਿੰਦੇ।
ਲੋੜ ਪੈਣ 'ਤੇ 1 ਜਾਂ 2 ਲੈਂਦੇ, ਪਰ 2 ਤੋਂ ਵੱਧ ਨਹੀਂ। ਕੋਈ ਦਾਲ ਸਬਜ਼ੀ ਹੋਵੇ, ਅਚਾਰ ਹੋਵੇ, ਕੋਈ ਫਰਕ ਨਹੀਂ ਸੀ। ਦਾਲ ਸਬਜ਼ੀ ਨੂੰ ਅਕਸਰ ਲੂਣ ਮਿਰਚ ਕਹਿੰਦੇ। ਜਦੋਂ ਸੰਗਤ ਲੰਗਰ ਲੈ ਕੇ ਆਉਣ ਲੱਗ ਪਈ ਤਾਂ ਉਹ ਨਾਲ ਹੀ ਵਰਤਾ ਦਿੰਦੇ। ਜੇ ਬਚਦਾ ਤਾਂ ਅੰਦਰ ਰੱਖ ਲੈਂਦੇ ਜਾਂ ਵਾਪਸ ਮੋੜ ਦਿੰਦੇ। ਕਈ ਵਾਰੀ ਕਈ ਦਿਨ ਰੁੱਖੇ ਬਹੇ ਪ੍ਰਸ਼ਾਦੇ, ਬੁੱਸੀ ਹੋਈ ਦਾਲ ਸਬਜ਼ੀ, ਫੁੱਟਿਆ ਹੋਇਆ ਦੁੱਧ ਵੀ ਵਰਤਦਾ। ਸਭ ਤੋਂ ਪਹਿਲਾਂ ਸੰਤ ਆਪ ਲੈਂਦੇ ਤਾਂ ਕਿ ਕਿਸੇ ਹੋਰ ਨੂੰ ਕੋਈ ਹਿਚਕ ਨਾ ਹੋਵੇ। ਸਵਾਦ ਵਾਲੀ ਕੋਈ ਗੱਲ ਨਹੀਂ ਸੀ। ਇੱਕ ਵਾਰੀ ਇੱਕ ਸ਼ਰਧਾਲੂ ਆਪ ਲਈ ਵਧੀਆ ਅੰਬਾਂ ਦੀ ਪੇਟੀ ਲੈ ਕੇ ਆਇਆ। ਆਪ ਨੇ ਮੋੜ ਦਿੱਤੀ। ਕਹਿਣ ਲੱਗੇ, ਮੈਂ ਆਪਣੇ ਬੰਦਿਆਂ ਨੂੰ ਇਹੋ ਜਿਹੇ ਮਹਿੰਗੇ ਅੰਬਾਂ 'ਤੇ ਨਹੀਂ ਲਾਉਣਾ। ਦਾਲ ਫੁਲਕੇ ਦਾ ਨਸ਼ਾ ਰੱਖਣਾ ਹੈ। ਇੱਕ ਵਾਰੀ ਇੱਕ ਪਿਆਰੇ ਨੇ ਪੁੱਛਿਆ, ਜੀ ਲੰਗਰ ਇੱਥੇ ਬਹੁਤ ਆਉਂਦਾ ਹੈ, ਉਂਝ ਬੰਦੇ ਨੂੰ ਕਿੰਨੇ ਕੁ ਪ੍ਰਸ਼ਾਦੇ ਲੰਗਰ 'ਚੋਂ ਛਕਣੇ ਚਾਹੀਦੇ ਹਨ? ਆਪ ਨੇ ਹੱਸਦਿਆਂ ਕਿਹਾ, 2 ਪ੍ਰਸ਼ਾਦੇ, ਕੜਛਾ ਦਾਲ ਦਾ, ਹੋਰ ਮੰਗੀਏ ਤਾਂ ਬਾਬਾ ਮਾਰਦਾ। ਲੱਸੀ ਦਾ ਪ੍ਰਵਾਹ ਸਾਰਾ ਦਿਨ ਚੱਲਦਾ, ਚਾਹ ਨਹੀਂ, ਕੁਝ ਹੋਰ ਨਹੀਂ। ਬਾਣਾ ਸਦਾ ਹੀ ਆਪ ਨੇ ਚਿੱਟਾ ਰੱਖਿਆ। ਚਿੱਟਾ ਖੱਦਰ, ਤਿੰਨੇ ਕੱਪੜੇ ਚਿੱਟੇ ਖੱਦਰ। ਆਪ ਦਾ ਬਚਨ ਹੈ, ਚਿੱਟਾ ਰੰਗ ਗੁਰੂ ਕਾ ਬਾਗ, ਸੂਹਾ ਰੰਗ ਵਿਕਾਰ। ਦੇਸੀ ਜੁੱਤੀ, ਹੱਥ ਸੋਟਾ, ਐਸੀ ਫਕੀਰੀ ਵੇਖਣ ਵਾਲੇ ਸਭ ਹੈਰਾਨ ਹੋ ਜਾਂਦੇ। ਆਪ ਨੇ ਕਦੇ ਕਿਸੇ ਤੋਂ ਮਾਇਆ ਨਹੀਂ ਲਈ, ਮੱਥਾ ਨਹੀਂ ਟਿਕਾਇਆ। ਮਾਇਆ ਦੀ ਕੋਈ ਵਾਸ਼ਨਾ ਹੀ ਨਹੀਂ ਸੀ ਰਹੀ। ਆਪ ਬਚਨ ਕਰਿਆ ਕਰਦੇ ਸਨ, ਮਾਇਆ ਨਾ ਹੋਵੇ ਤਾਂ ਵੀ ਬੰਦਾ ਦੁਖੀ ਹੁੰਦਾ ਹੈ, ਇਸ ਦੇ ਵਾਸਤੇ ਦੌੜ ਭੱਜ ਕਰਦਾ ਹੈ। ਜਦੋਂ ਆ ਜਾਂਦੀ ਹੈ ਤਾਂ ਵੀ ਇਸ ਨੂੰ ਦੁਖੀ ਕਰਦੀ ਹੈ। ਇਸ ਦੇ ਅੰਦਰੋਂ ਸਬਰ, ਸੰਤੋਖ, ਵਿਚਾਰ ਅਤੇ ਦਇਆ ਦਾ ਨਾਸ ਕਰ ਦਿੰਦੀ ਹੈ। ਜਦੋਂ ਆ ਕੇ ਚਲੀ ਜਾਂਦੀ ਹੈ ਤਾਂ ਪਿੱਛੇ ਵਾਸ਼ਨਾ ਛੱਡ ਜਾਂਦੀ ਹੈ। ਇਹ ਵਾਸ਼ਨਾ ਜਨਮ ਮਰਨ ਦਾ ਗੇੜ ਦਿੰਦੀ ਹੈ, ਤਰੀਕਾਂ ਪਾਉਂਦੀ ਹੈ। ਜਿਹੜਾ ਮਾਇਆ ਇਕੱਠੀ ਕਰਕੇ ਸੁੱਖ ਦੀ ਆਸ ਕਰਦਾ ਹੈ, ਅਮਰ ਹੋਣਾ ਚਾਹੁੰਦਾ ਹੈ, ਉਹ ਮਹਾਮੂਰਖ ਹੈ। ਗੁਰਬਾਣੀ ਅਨੁਸਾਰ, ਜਿਸ ਗ੍ਰਹਿ ਬਹੁਤੀ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪ੍ਰਮੰਤਾ। ਦੁਹੂੰ ਬਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਹੁਣ ਕੁਝ ਗ੍ਰੰਥ ਤੇ ਪੋਥੀਆਂ ਲੈ ਆਂਦੀਆਂ, ਜਿਨ੍ਹਾਂ ਵਿੱਚ ਨਿਤਨੇਮ, ਗੁਰਬਾਣੀ, ਟੀਕੇ, ਭਾਈ ਗੁਰਦਾਸ ਦੀਆਂ ਵਾਰਾਂ, ਯੋਗ ਵਸ਼ਿਸ਼ਟ, ਗੀਤਾ ਅਤੇ ਜਨਮ ਸਾਖੀਆਂ ਸਨ। ਸਾਰਾ ਦਿਨ ਇਹਨਾਂ ਦੇ ਜਾਪ ਅਤੇ ਵਿਚਾਰ ਚੱਲਦੇ ਰਹਿੰਦੇ। ਕਈ ਵਾਰ ਕਥਾਵਾਚਕ ਜਾਂ ਪਾਠੀ ਨੂੰ ਵੀ ਵਿੱਚੋਂ ਹੀ ਰੋਕ ਕੇ ਕਿਸੇ ਨੁਕਤੇ ਦੀ ਵਿਚਾਰ ਦੱਸਦੇ, ਖੋਲ੍ਹ ਕੇ ਸਮਝਾਉਂਦੇ। ਕਈ ਵਾਰ ਇਸ਼ਾਰੇ ਮਾਤਰ ਬੜੀਆਂ ਡੂੰਘੀਆਂ ਗੱਲਾਂ ਕਹਿੰਦੇ। ਕੋਈ ਸੂਝ ਵਾਲਾ ਸਮਝਦਾ ਵੀ ਹੋਵੇਗਾ। ਸਾਧੂ ਰਮਜ਼ ਦਿੰਦਾ ਹੈ, ਰਾਜ ਨਹੀਂ ਦਿੰਦਾ। ਗੁਰੂ ਭਾਣੇ ਦਾ ਮਾਲਕ ਹੁੰਦਾ ਹੈ। ਜਪਜੀ ਸਾਹਿਬ ਦੀ ਹਾਜ਼ਰੀ ਦਾ ਮਤਲਬ ਹੈ ਅਕਾਲ ਪੁਰਖ ਦੇ ਦਰਬਾਰ ਦੀ ਹਾਜ਼ਰੀ। ਸਤਸੰਗ ਹੀ ਬੈਕੁੰਠ ਹੈ। ਗਰੀਬ ਬੰਦਾ ਧਨ ਲੱਭਦਾ ਹੈ, ਜਗਿਆਸੂ ਸਤਸੰਗ ਲੱਭਦਾ ਹੈ। ਤੁਰਿਆ ਪਦ ਕੀ ਹੈ? ਜਿੱਥੇ ਜਾ ਕੇ ਮਨ ਚਲਾਏਮਾਨ ਨਾ ਹੋਵੇ, ਹਰ ਸਥਿਤੀ 'ਚ ਇੱਕੋ ਜਿਹਾ ਟਿਕਿਆ ਰਹੇ, ਵਿਸ਼ਰਾਮ 'ਚ ਆ ਜਾਵੇ। ਫਕੀਰ ਨੂਰ ਮੁਹੰਮਦ ਦਾ ਬਚਨ ਹੈ, ਖੁਦੀ ਤੇ ਖੁਦਾ ਇਕੱਠੇ ਨਹੀਂ ਰਹਿ ਸਕਦੇ। ਜਿਹੜੇ ਖੁਦੀ ਦੇ ਨਸ਼ੇ ਵਿੱਚ ਮਸਤ ਆਪਣੇ ਆਪ ਨੂੰ ਖੁਦਾ ਦਾ ਰੂਪ ਕਹਿੰਦੇ ਹਨ, ਉਹ ਅਸਲ ਵਿੱਚ ਸ਼ੈਤਾਨ ਦਾ ਰੂਪ ਹਨ। ਸ਼ਰਾਬ ਪੀ ਕੇ ਹੋਸ਼ ਹਵਾਸ ਕਾਇਮ ਰੱਖਣਾ ਆਸਾਨ ਕੰਮ ਹੈ। ਇਹ ਕੋਈ ਬਹੁਤੀ ਮਰਦਾਨਗੀ ਨਹੀਂ। ਪਰ ਜੇ ਬੇਪਨਾਹ ਦੌਲਤ ਆ ਜਾਵੇ, ਕੋਈ ਉੱਚਾ ਰੁਤਬਾ ਮਿਲ ਜਾਵੇ, ਫਿਰ ਵੀ ਹੋਸ਼ ਹਵਾਸ ਕਾਇਮ ਰਹੇ, ਇਹਨਾਂ ਵਿੱਚ ਮਸਤ ਨਾ ਹੋਵੇ, ਤਾਂ ਇਹ ਮਰਦਾਨਗੀ ਹੈ। ਇੱਕ ਫਕੀਰ ਨੇ ਅੱਲਾਹ ਤਾਲਾ ਨੂੰ ਪੁੱਛਿਆ, ਤੇਰੇ ਮਿਲਣ ਦਾ ਰਸਤਾ ਕਿਹੜਾ ਹੈ? ਤਾਂ ਉੱਤਰ ਮਿਲਿਆ, ਆਪਣੇ ਹੰਕਾਰ ਨੂੰ ਛੱਡ ਦੇ ਅਤੇ ਚਲਿਆ ਆ, ਮੈਂ ਤੈਨੂੰ ਮਿਲ ਪਵਾਂਗਾ। ਤੂੰ ਆਪਣਾ ਸਿਰ ਖੁਦਾ ਦੇ ਅੱਗੇ ਨਾ ਰੱਖ, ਸਿਰ ਦੇ ਅੰਦਰ ਜਿਹੜੀ ਖੁਦੀ ਹੈ ਉਸ ਨੂੰ ਰੱਖ।
ਖੁਦੀ ਤੇ ਖੁਦਾ ਇਕੱਠੇ ਨਹੀਂ ਰਹਿ ਸਕਦੇ। ਬਾਹਰੀ ਇਲਮ ਦਾ ਜੂੜਾ ਲਾ ਕੇ ਪਰੇ ਸੁੱਟ, ਆਜਿਜ਼ ਹੋ ਕੇ ਨੀਵਾਂ ਹੋ ਕੇ ਆ, ਤਾਂ ਦਰਗਾਹ ਵਿੱਚ ਦਾਖਲਾ ਮਿਲੇਗਾ। ਜੇ ਹਜ਼ਾਰਾਂ ਸਾਲ ਨਮਾਜ਼ ਪੜ੍ਹੀ, ਸਿਜਦਾ ਕੀਤਾ, ਪਰ ਅੰਦਰੋਂ ਖੁਦੀ ਨਾ ਗਈ, ਤਾਂ ਖਾਲੀ ਦਾ ਖਾਲੀ ਰਿਹਾ, ਸਗੋਂ ਖੁਦਾ ਦਾ ਸ਼ਰੀਕ ਬਣ ਗਿਆ। ਆਪ ਜੀ ਦੇ ਬਹੁਤ ਬਚਨ ਐਸੇ ਹੁੰਦੇ ਸਨ ਜਿਨ੍ਹਾਂ ਨੂੰ ਸਧਾਰਨ ਆਦਮੀ ਸਮਝ ਨਹੀਂ ਸਨ ਸਕਦੇ। ਇਹ ਬਚਨ ਸਾਧਕੜੀ ਬੋਲੀ ਵਿੱਚ ਹੁੰਦੇ ਸਨ। ਉੱਪਰੋਂ ਅਰਥ ਸਧਾਰਨ ਜਿਹਾ ਹੁੰਦਾ, ਪਰ ਅੰਦਰ ਬੜੇ ਸੂਖਮ ਭਾਵ ਹੁੰਦੇ। ਸਾਧੂ ਦੀ ਰਮਜ਼ ਕੋਈ ਕੀ ਸਮਝ ਸਕਦਾ ਹੈ? ਆਪ ਕਿਰਪਾ ਕਰਕੇ ਸਮਝਾ ਦੇਵੇ ਤਾਂ ਠੀਕ ਹੈ, ਵਰਨਾ ਕੋਈ ਕੀ ਅੰਦਾਜ਼ਾ ਲਾ ਸਕਦਾ ਹੈ। ਆਪ ਦਾ ਬਚਨ ਹੈ, ਇਹ ਜਿੰਨਾ ਯਾਰਾਂ ਅੱਗੇ ਲਿਖਦੀ ਹੈ, ਜੇ ਇਹਨਾਂ ਸਾਈਂ ਅੱਗੇ ਲਿਖੇ ਤਾਂ ਦਿਨੇ ਦਿਨੇ ਰੱਬ ਹੋ ਜਾਵੇ। ਭਾਵ ਬੰਦੇ ਦੀ ਸੁਰਤ ਜਿੰਨੀ ਵਿਕਾਰਾਂ ਅੱਗੇ ਨਿਉਂਦੀ ਹੈ, ਖਚਤ ਹੁੰਦੀ ਹੈ, ਇੰਨੀ ਗੁਰੂ ਸ਼ਬਦ ਵਿੱਚ ਜੁੜ ਜਾਵੇ ਤਾਂ ਇਸੇ ਜਨਮ ਵਿੱਚ ਹੀ ਇਹ ਰੱਬ ਦਾ ਰੂਪ ਹੋ ਜਾਏ। ਇਵੇਂ ਹੀ ਆਪ ਦਾ ਬਚਨ ਹੈ, ਬੰਧਨ ਬੰਦਾ ਖਲਾਸ ਖੁਦਾ, ਜਿਸ ਨੂੰ ਇਹ ਨਿਸ਼ਚਾ ਨਹੀਂ ਅਕਲ ਉਹਦੀ ਥੋਥੀ, ਝੂਠਾ ਪੁਰਾਣ ਤੇ ਝੂਠੀ ਪੋਥੀ। ਭਾਵ ਜਦੋਂ ਜੀਵ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ, ਖਲਾਸ ਹੋ ਜਾਂਦਾ ਹੈ, ਤਾਂ ਖੁਦਾ ਦਾ ਹੀ ਰੂਪ ਹੋ ਜਾਂਦਾ ਹੈ। ਸੰਸਾਰਕ ਬੰਧਨਾਂ ਕਰਕੇ ਇਹ ਬੰਦਾ ਹੈ। ਜਦੋਂ ਵਿਕਾਰ ਮੁੱਕ ਗਏ, ਖੁਦ ਹੀ ਮੁੱਕ ਗਈ, ਇਹੋ ਹੀ ਖੁਦਾ ਹੋ ਗਿਆ। ਜਿਸ ਨੂੰ ਇਹ ਗੱਲ ਦੀ ਸੋਝੀ ਨਹੀਂ ਪਈ, ਉਸ ਦੀ ਅਕਲ ਹੀਣੀ ਹੈ, ਉਸ ਦੀ ਪਾਠ ਪੂਜਾ ਵਿਅਰਥ ਹੈ। ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨ ਮੰਸ। ਇੰਝ ਹੀ ਸਾਰਾ ਦਿਨ ਪਰਮਾਰਥ ਦੀ ਵਿਚਾਰ ਵਿੱਚ ਗੁਜ਼ਰਦੀ ਸੰਸਾਰੀ ਜੀਵ ਆਪਣੇ ਆਪਣੇ ਦੁੱਖ ਲੈ ਕੇ ਆਉਂਦੇ। ਉਹ ਵੀ ਸਮਾਂ ਮਿਲਣ 'ਤੇ ਸੰਤਾਂ ਨਾਲ ਵਿਚਾਰ ਕਰਦੇ, ਸੰਤਾਂ ਦੇ ਬਚਨ ਸੁਣ ਕੇ ਨਿਹਾਲ ਹੋ ਜਾਂਦੇ। ਸਭ ਲਈ ਬਰਾਬਰੀ ਸੀ, ਬਰਾਬਰ ਬੈਠਣਾ, ਬਰਾਬਰ ਵਿਚਾਰ, ਬਰਾਬਰ ਲੰਗਰ, ਬਰਾਬਰ ਹੀ ਸਭ ਕੁਝ। ਹਰ ਫਿਰਕੇ ਦੇ ਲੋਕ ਆਪ ਦੇ ਚਰਨ ਪਰਸਣ ਆਉਂਦੇ। ਗਲ ਮਿਲ ਚਾਲੇ ਏਕੈ ਭਾਈ, ਇਹ ਵਾਲੀ ਕਰਨੀ ਵਰਤ ਰਹੀ ਸੀ। ਗਰਮੀਆਂ ਵਿੱਚ 5 ਵਜੇ ਤੇ ਸਰਦੀਆਂ ਵਿੱਚ 3 ਵਜੇ ਹੀ ਰਹਿਰਾਸ ਦੇ ਜਾਪ ਹੋ ਜਾਂਦੇ। ਫਿਰ ਬਾਹਰ ਬੋਹੜੀ ਤੱਕ ਜਾਂ ਕਈ ਵਾਰੀ ਰੇਲਵੇ ਫਾਟਕ ਤੱਕ ਜਾਂਦੇ ਅਤੇ ਆ ਕੇ ਕੁਟੀਆ 'ਚ ਬਿਰਾਜਮਾਨ ਹੋ ਜਾਂਦੇ। ਪਹਿਲਾਂ ਕੁਟੀਆਂ ਵਿੱਚ ਕਿਸੇ ਨੂੰ ਨਹੀਂ ਸਨ ਰਹਿਣ ਦਿੰਦੇ। ਔਰਤਾਂ ਲਈ ਸਮਾਂ ਨਿਸ਼ਚਿਤ ਸੀ, ਦਿਨ ਚੜ੍ਹਨ ਤੋਂ ਦਿਨ ਡੁੱਬਣ ਤੱਕ। ਪਰ ਬਾਅਦ ਵਿੱਚ ਕਦੇ ਕੋਈ ਸ਼ਰਧਾਲੂ ਆਦਮੀ ਰਾਤ ਵੀ ਕੁਟੀਆ 'ਚ ਟਿਕ ਜਾਂਦਾ। ਹੁਣ ਨਿੱਕੇ ਕੁੰਮਣਾ ਵਿੱਚ ਗੁਰਮਤ ਦੀ ਚਾੜ ਸਾਲ ਸ਼ੁਰੂ ਹੋ ਗਈ ਸੀ। ਪੂਰਨ ਪੁਰਖ ਬਾਬਾ ਪਾਂਧਾ ਬਣ ਗਿਆ ਤੇ ਚਾਟੜੇ ਸਨ ਗੁਰਮਤ ਦੇ ਜਗਿਆਸੂ। ਇੱਕ ਵਾਰ ਆਪ ਸੂਏ ਦੇ ਕੰਢੇ ਬਾਹਰ ਬੈਠੇ ਸਨ। ਸੰਗਤ ਨਾਲ ਸੀ। ਸੰਗਤ ਵਿੱਚ ਬੈਠੇ ਮੁੰਡਿਆਂ ਨੂੰ ਆਪ ਕਹਿਣ ਲੱਗੇ, ਲਾਗੇ ਹੋ ਜਾਓ, ਤੁਹਾਡਾ ਮਾਸਟਰ ਆਇਆ ਜੇ, ਇਹਦੇ ਕੋਲੋਂ ਸਬਕ ਲੈ ਲਓ। ਮਾਸਟਰ ਦੇ ਮਗਰ ਬੋਲਿਓ, ਸਭ ਤੋਂ ਵੱਡਾ ਸਤਿਗੁਰ ਨਾਨਕ, ਕਲਯੁਗ ਦਾ ਪੀਰ ਬਾਬਾ ਨਾਨਕ, ਸ਼ਬਦ ਦਾ ਫਕੀਰ ਬਾਬਾ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਜੈਸੀ ਭਾਵਨਾ ਨਾਲ ਕੋਈ ਸੰਗਤ ਵਿੱਚ ਜਾਂਦਾ, ਵੈਸੀ ਹੀ ਪੂਰਨ ਹੋ ਜਾਂਦੀ। ਵਧੇਰੇ ਸਮਾਂ ਆਪ ਚੁੱਪ ਰਹਿੰਦੇ ਅਤੇ ਅੰਤਰ ਆਤਮੇ ਲਵਲੀਨ ਰਹਿੰਦੇ। ਲੋੜਾਂ ਤੇ ਗਰਜਾਂ ਦੇ ਮਾਰੇ ਲੋਕ ਆਪਣੇ ਆਪਣੇ ਦੁੱਖ ਦੱਸਦੇ। ਉਹ ਸਭ ਨੂੰ ਪਿਆਰ ਕਰਦੇ। ਮੁਰਾਦਾਂ ਪੂਰੀਆਂ ਹੁੰਦੀਆਂ। ਨਾਲ ਹੀ ਸੰਤ ਇੱਕ ਹੋਰ ਵਸਤੂ ਵੀ ਨਾਲ ਦਿੰਦੇ, ਬਾਣੀ ਦੀ ਪ੍ਰੀਤ ਵਾਲੀ ਬਿਰਤੀ। ਸਭ ਨੂੰ ਬਾਣੀ ਪੜ੍ਹਨ ਲਈ, ਵੈਸ਼ਨੂ ਬਿਰਤੀ ਰੱਖਣ ਲਈ ਜ਼ਰੂਰ ਕਹਿੰਦੇ। ਗੁਰਬਾਣੀ ਦਾ ਫਰਮਾਨ ਹੈ, ਆਪਣੇ ਲੋਭ ਕੋ ਕੀਨੋ ਮੀਤ। ਸਾਧੂ ਨਾਲ ਯਾਰੀ ਤਾਂ ਪਾਈ ਸੀ ਆਪਣੇ ਮਤਲਬ ਨੂੰ। ਸਾਧੂ ਨੇ ਉਹ ਮਤਲਬ ਪੂਰਾ ਕਰ ਦਿੱਤਾ, ਪਰ ਨਾਲ ਹੀ ਗੁਰੂ ਘਰ ਦੀ ਬਿੜਕ ਵੀ ਲਾ ਦਿੱਤੀ। ਜਿਹੜੇ ਨਵੇਂ ਮੁੰਡੇ ਆਉਂਦੇ, ਉਹਨਾਂ ਨੂੰ ਕੋਲ ਬਿਠਾਉਂਦੇ,
ਉਹਨਾਂ ਨੂੰ ਬੜਾ ਪਿਆਰ ਕਰਦੇ, ਬੜੇ ਮੋਹ ਨਾਲ ਉਹਨਾਂ ਦਾ ਹੱਥ ਫੜਦੇ, ਕਿਸੇ ਕਿਸੇ ਨੂੰ ਗਲ ਨਾਲ ਲਾਉਂਦੇ ਤੇ ਬਚਨ ਕਰਦੇ, ਬੜਾ ਚੰਗਾ ਬੂਟਾ ਹੈ, ਸੁੱਚੇ ਰੇਜ਼ੇ ਨੇ, ਪਿਆਰੇ ਨੇ, ਬਾਬੇ ਨਾਨਕ ਦੀ ਸਿੱਖੀ ਹੈ ਸਭ, ਬਾਬੇ ਨਾਨਕ ਦਾ ਬਾਗ ਹੈ ਇਹ, ਬਾਬਾ ਨਾਨਕ ਸਭ ਨੂੰ ਆਪਣਾ ਬਣਾਵੇ। ਇਹ ਮੁੰਡੇ ਵੀ ਸੰਤਾਂ ਨਾਲ ਜਾਨ ਤੋਂ ਵੱਧ ਪ੍ਰੇਮ ਕਰਦੇ, ਨਾ ਦਿਨ ਵੇਖਦੇ ਨਾ ਰਾਤ, ਘੋੜੇ ਭਾਵ ਸਾਈਕਲ ਘੁੰਮਣਾ ਵੱਲ ਹੀ ਤੋਰੀ ਰੱਖਦੇ। ਸੰਤ ਐਸੇ ਪਿਆਰ ਵਾਲੇ ਮੁੰਡਿਆਂ ਨੂੰ ਅਕਸਰ ਬੱਚੂ ਕਹਿ ਕੇ ਬੁਲਾਉਂਦੇ, ਉਹਨਾਂ ਨੂੰ ਬਾਣੀ ਪੜ੍ਹਨ ਲਾਉਂਦੇ। ਕੋਈ ਕੋਈ ਗਿਆਨ ਦਾ ਬਿਲਾਸ਼ੀ ਵੀ ਆਉਂਦਾ, ਜੈਸੀ ਅਵਸਥਾ ਦਾ ਉਹ ਮਾਲਕ ਹੁੰਦਾ ਉਸੇ ਤਰ੍ਹਾਂ ਦਾ ਬਚਨ ਕਰਦੇ। ਜਿਹਾ ਮਨੋਰਥ ਕਰ ਅਰਾਧੇ, ਸੋ ਸੰਤਨ ਤੇ ਪਾਵੈ। ਆਪ ਸਭ ਤੋਂ ਵੱਧ ਜ਼ੋਰ ਇਸ ਗੱਲ ਤੇ ਦਿੰਦੇ ਸਨ ਕਿ ਜੀਵਨ ਨੂੰ ਸਰਲ ਰੱਖਣਾ ਹੈ। ਆਪ ਦਾ ਬਚਨ ਹੈ, ਬਾਬੇ ਨਾਨਕ ਦੀ ਗੱਲ ਬਹੁਤ ਆਲੀ ਭੋਲੀ ਹੈ। ਗਰੀਬੀ ਦਾਵਾ ਰੱਖਣਾ, ਨਾਮ ਜਪਣਾ, ਸੰਗਤ ਕਰਨੀ। ਸਮਾਜਿਕ ਜੀਵਨ ਬੜਾ ਸਪਸ਼ਟ ਤੇ ਸਰਲ ਰੱਖਣ ਤੇ ਜ਼ੋਰ ਦਿੰਦੇ। ਆਪ ਦੱਸਦੇ ਕਿ ਮਨ ਦੀਆਂ ਸਾਰੀਆਂ ਗੰਢਾਂ ਖੋਲ੍ਹ ਦਿਓ। ਇਹ ਗੰਢਾਂ ਹਉਮੈ ਦੀਆਂ ਬੇੜੀਆਂ ਹਨ, ਪਰਮਾਰਥ ਵੱਲ ਤੁਰ ਨਹੀਂ ਦਿੰਦੀਆਂ। ਜਿੰਨੀ ਛੇਤੀ ਖੋਲ੍ਹਦੇ ਹੋ ਇਹਨਾਂ ਨੂੰ, ਓਨੀ ਛੇਤੀ ਤਰੀਕਾਂ ਮੁੱਕ ਜਾਣਗੀਆਂ। ਹਉਮੈ ਪੈਖੜ ਤੇਰੇ ਮਨੈ ਮਾਹੇ। ਜਦ ਤੱਕ ਇੱਕ ਵੀ ਗੰਢ ਹੈ, ਉਦੋਂ ਤੱਕ ਇਹ ਮਨ ਕਾਇਮ ਰਹਿੰਦਾ ਹੈ। ਇਸ ਤੋਂ ਖਹਿੜਾ ਨਹੀਂ ਛੁੱਟਦਾ। ਹੋਰ ਸਾਰੀਆਂ ਢੇਰੀਆਂ ਢਾਹ ਦਿਓ, ਇੱਕੋ ਢੇਰੀ ਰੱਖੋ, ਪਰਮਾਤਮਾ ਦੀ ਟੇਕ ਦੀ ਢੇਰੀ। ਉਸ ਦੀ ਆਸ ਦੀ ਢੇਰੀ ਬਣਾਓ। ਕਿਸੇ ਦਾ ਬੁਰਾ ਕਰਨਾ ਤਾਂ ਅਗਾਂਹ ਦੀ ਗੱਲ ਹੈ, ਬੁਰਾ ਸੋਚੋ ਵੀ ਨਾ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਕਿਸੇ ਦੇ ਪੱਠੇ ਨਾ ਵੱਢੋ, ਕਿਸੇ ਦਾ ਗੰਨਾ ਨਾ ਭੰਨੋ, ਆਪਣੀ ਪੈਲੀ ਦੀਆਂ ਢੇਮਾਂ ਕਿਸੇ ਦੇ ਪਾਸੇ ਨਾ ਸੁੱਟੋ। ਸਿੱਧੇ ਸਿੱਧੇ ਰਾਹੇ ਜਾਓ। ਆਲੇ ਦੁਆਲੇ ਖਚਿਤ ਹੋਇਆ ਮਨ ਖਿੱਲਰ ਜਾਂਦਾ ਹੈ, ਰਾਗ ਦਵੈਸ਼ ਵਿੱਚ ਪੈ ਜਾਂਦਾ ਹੈ। ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਥੋੜ੍ਹਾ ਬੋਲਣਾ, ਅਲਪ ਆਹਾਰ, ਸੁਲਭ ਸੀ ਨਿੰਦਰਾ। ਸੱਚ ਸਭ ਤੋਂ ਉੱਤਮ ਹੈ, ਸਭ ਤੋਂ ਉੱਤਮ। ਇੱਕ ਵਾਰੀ ਆਪ ਦਿਨੇ ਡੇਰੇ ਤੋਂ ਫਾਟਕ ਵੱਲ ਜਾ ਰਹੇ ਸਨ। ਕਾਫੀ ਸੰਗਤ ਨਾਲ ਸੀ। ਇੱਕ ਸੇਵਕ ਨੇ ਅੱਗੇ ਹੋ ਕੇ ਚਰਨ ਪਰਸੇ ਤੇ ਬੇਨਤੀ ਕੀਤੀ, ਜੀ ਨਾਮ ਦਿਓ। ਆਪ ਨੇ ਸੁਣਿਆ, ਚੁੱਪ ਰਹੇ ਅਤੇ ਅਗਾਂਹ ਤੁਰ ਪਏ। ਉਸ ਸੇਵਕ ਨੇ ਫਿਰ ਬੇਨਤੀ ਕੀਤੀ। ਆਪ ਨੇ ਖੜੇ ਹੋ ਕੇ ਸੁਣੀ, ਚੁੱਪ ਰਹੇ ਅਤੇ ਫਿਰ ਅਗਾਂਹ ਤੁਰ ਪਏ। ਜਦੋਂ ਉਸ ਸੇਵਕ ਨੇ ਤੀਜੀ ਵਾਰੀ ਬੇਨਤੀ ਕੀਤੀ ਤਾਂ ਆਪ ਨੇ ਪਿਆਰ ਦੇ ਘਰ ਵਿੱਚ ਆ ਕੇ ਉਸ ਦਾ ਹੱਥ ਫੜ ਲਿਆ, ਘੁੱਟਿਆ ਤੇ ਕਹਿਣ ਲੱਗੇ, ਜੇ ਤੈਨੂੰ ਨਾਮ ਤੋਂ ਵੀ ਕੋਈ ਉੱਤੋਂ ਦੀ ਚੀਜ਼ ਦੇ ਦੇਈਏ। ਉਹ ਭਾਈ ਬੜਾ ਖੁਸ਼ ਹੋਇਆ, ਝੋਲੀ ਅੱਡ ਕੇ ਖਲੋ ਗਿਆ, ਕਹਿਣ ਲੱਗਾ, ਜੀ ਦੇ ਦਿਓ, ਧੰਨ ਭਾਗ। ਤਾਂ ਆਪ ਨੇ ਬਚਨ ਕੀਤਾ, ਸੱਚ ਬੋਲ, ਸੱਚ ਬੋਲ, ਸੱਚ ਬੋਲ। ਇਹ ਕਹਿ ਕੇ ਅਗਾਂਹ ਤੁਰ ਪਏ। ਰੋਜ਼ਾਨਾ ਵਰਤੋਂ ਵਿਹਾਰ ਨੂੰ ਉਹ ਬੜਾ ਪਾਕ ਸਾਫ਼ ਰੱਖਣਾ ਚਾਹੁੰਦੇ ਸਨ। ਨਾ ਕਿਸੇ ਦੀ ਨਿੰਦਾ ਕਰੋ, ਨਾ ਸੁਣੋ, ਵਿਆਜ ਨਾ ਲਵੋ, ਸਗੋਂ ਲੋੜ ਪੈਣ 'ਤੇ ਗਰੀਬ ਦੀ ਮਦਦ ਕਰੋ। ਜਿਹੜਾ ਗਰੀਬ ਦੀ ਲੋੜ ਪੂਰੀ ਕਰਦਾ ਹੈ, ਪਰਮਾਤਮਾ ਉਸ ਦੀਆਂ ਲੋੜਾਂ ਆਪਣੇ ਆਪ ਪੂਰੀਆਂ ਕਰਦਾ ਹੈ। ਆਪ ਦੇ ਇਸ ਪਾਵਨ ਸਥਾਨ 'ਤੇ ਸਿਰਫ ਪਰਮਾਰਥ ਦੇ ਹੀ ਨਹੀਂ, ਸਗੋਂ ਸਮਾਜਿਕ ਵਿਹਾਰ ਵੀ ਕੀਤੇ ਜਾਂਦੇ। ਘਰਾਂ ਦੇ ਕਿੰਨੇ ਮਸਲੇ ਮੁਸ਼ਕਲਾਂ ਆਪ ਦੇ ਪਾਸ ਲੋਕੀ ਲੈ ਕੇ ਆਉਂਦੇ। ਆਪ ਉਹਨਾਂ ਦਾ ਹੱਲ ਦੱਸਦੇ। ਸਾਦੇ ਵਿਆਹ ਕਰਨੇ, ਦਾਜ ਦੀ ਪ੍ਰਥਾ ਬੰਦ ਕਰਨੀ, ਥਾਣਿਆਂ ਕਚਹਿਰੀਆਂ 'ਚ ਨਹੀਂ ਜਾਣਾ, ਸਗੋਂ ਸੰਗਤ ਵਿੱਚ ਬਹਿ ਕੇ ਫੈਸਲੇ ਕਰਨੇ, ਰਿਸ਼ਤਿਆਂ 'ਚ ਆਏ ਝਗੜੇ ਹੱਲ ਕਰਨੇ, ਆਦਿ ਆਦਿ। ਇਸ ਤਰ੍ਹਾਂ ਆਪ ਦਾ ਸਥਾਨ ਸਮੁੱਚੇ ਮਨੁੱਖੀ ਜੀਵਨ ਦੀ ਸਫਲ ਜੁਗਤ ਦੀ ਚਾਟਸਾਲ ਵੀ ਸੀ। ਉਹ ਸਭ ਤੇ ਉੱਚਾ, ਸਭ ਤੇ ਸੂਚਾ, ਜਾ ਕੇ ਹਿਰਦੈ ਵਸਿਆ ਭਗਵਾਨ। ਜਨ ਨਾਨਕ ਤਿਸ ਕੇ ਚਰਨ ਪਖਾਲੈ, ਜੋ ਹਰ ਜਨ ਨੀਚ ਜਾਤ ਸੇਵਕਾਣ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।